ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਸਮੂਹ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਮਹਾਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ ਤੇ ਉਹਨਾਂ ਤੋਂ ਬਾਅਦ ਸਿੱਖ ਪੰਥ ਵਿੱਚ ਜੋ ਹੋਰ ਸ਼ਹਾਦਤਾਂ ਹੋਈਆਂ ਨੇ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਗੁਰੂ ਸਾਹਿਬ ਦੀ ਸ਼ਹਾਦਤ ਸਿੱਖ ਲਹਿਰ ਦੀ, ਸਿੱਖ ਧਰਮ ਦੀ, ਸਿੱਖ ਫਲਸਫੇ ਦੀ ਜਾਂ ਸਿੱਖ ਅਕੀਦੇ ਵਾਲੀ ਜ਼ਿੰਦਗੀ ਦੀ ਪਹਿਲੀ ਸ਼ਹਾਦਤ ਸੀ ਤੇ ਉਸ ਸ਼ਹਾਦਤ ਨੇ ਜਿਸ ਕਿਸਮ ਦੀਆਂ ਇੱਕ ਸਿਧਾਂਤਕ ਜੜ੍ਹਾਂ ਸਿੱਖ ਪੰਥ ਦੀਆਂ, ਸਿੱਖ ਧਰਮ ਦੀਆਂ ਤੇ ਸਿੱਖ ਕੌਮ ਦੀਆਂ ਇਤਿਹਾਸ ਵਿੱਚ ਲਾਈਆਂ, ਉਹਦਾ ਇਤਿਹਾਸ ਵਿੱਚ ਇੱਕ ਵਿਲੱਖਣ ਯੋਗਦਾਨ ਹੈ। ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਨਾਲ ਸਾਨੂੰ ਇਹ ਦਰਸਾਇਆ ਕਿ ਸਿੱਖ ਨੇ ਕਦੇ ਵੀ ਕਿਸੇ ਵੀ ਹਾਲਤ ਵਿੱਚ ਸਿਧਾਂਤ ਨਾਲ ਸਮਝੌਤਾ ਨਹੀਂ ਕਰਨਾ। ਕਿੰਨੀਆਂ ਵੀ ਵੱਡੀਆਂ ਔਕੜਾਂ ਤੇ ਕਿੰਨੇ ਵੀ ਵੱਡੇ ਲਾਲਚ ਸਿੱਖ ਦੇ ਰਾਹ ਵਿੱਚ ਆਉਣ ਜਾਂ ਸਿੱਖ ਲਈ ਕਿਸ ਕਿਸਮ ਦੀਆਂ ਵੀ ਔਕੜਾਂ ਹੋਣ ਤੇ ਸਿਧਾਂਤ ਨਾਲ ਸਮਝੌਤਾ ਕਰਨ ਤੋਂ ਗੁਰੂ ਸਾਹਿਬ ਨੇ ਸ਼ਹਾਦਤ ਨੂੰ ਤਰਜੀਹ ਦਿੱਤੀ। ਹਾਲਾਂਕਿ ਜਿਸ ਕਿਸਮ ਦੀਆਂ ਸ਼ਰਤਾਂ ਉਹਨਾਂ ਦੇ ਸਾਹਮਣੇ ਰੱਖੀਆਂ ਗਈਆਂ ਸਨ, ਕੁਝ ਪੈਸੇ ਦੇਣ ਦੀਆਂ ਜਾਂ ਕੋਈ ਹੋਰ, ਜੇ ਕੋਈ ਕਮਜ਼ੋਰ ਆਦਮੀ ਹੁੰਦਾ ਤਾਂ ਅਸੀਂ ਸਮਝ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਦੀਆਂ ਸ਼ਰਤਾਂ ਪੂਰਨ ਕਰਕੇ ਆਪਣੀ ਜ਼ਿੰਦਗੀ ਨੂੰ ਬਚਾ ਸਕਦਾ ਸੀ। ਪਰ ਗੁਰੂ ਸਾਹਿਬ ਸਮੁੱਚੀਆਂ ਗੁਰੂ ਜੋਤਾਂ ਨੇ ਜਿਸ ਕਿਸਮ ਦਾ ਰਾਹ ਸਿੱਖਾਂ ਲਈ ਚੁਣਿਆ ਸੀ ਜਾਂ ਜਿਸ ਕਿਸਮ ਦੇ ਸਿੱਖ ਉਸਾਰਨ ਦਾ ਰਾਹ ਚੁਣਿਆ ਗਿਆ ਸੀ, ਉਹਦੇ ਵਿੱਚੋਂ ਸਿਧਾਂਤ ਨਾਲ ਸਮਝੌਤੇ ਦੀ ਕਿਤੇ ਵੀ ਕੋਈ ਥਾਂ ਨਹੀਂ ਸੀ। ਤੇ ਉਸ ਸ਼ਹਾਦਤ ਨੇ ਹੀ ਮੁੜ ਕੇ ਸਿੱਖ ਪੰਥ ਵਿੱਚ ਸ਼ਹਾਦਤਾਂ ਦੇ ਜੋ ਅੰਵਾਰ ਲਗਾਏ, ਉਹ ਲਗਾਤਾਰ ਇਸੇ ਤਰਜ਼ ਤੇ ਚੱਲਦੇ ਰਹੇ ਕਿ ਸ਼ਹੀਦਾਂ ਦੇ ਸਾਹਮਣੇ ਜਿੰਨੇ ਵੀ ਲਾਲਚ ਆਏ ਜਾਂ ਉਹਨਾਂ ਦੇ ਸਾਹਮਣੇ ਜਿਸ ਕਿਸਮ ਦੀਆਂ ਔਕੜ ਭਰੀਆਂ ਹਾਲਤਾਂ ਆਈਆਂ, ਉਹਨਾਂ ਨੇ ਸਿਰ ਦਾਅ ਤੇ ਲਾ ਕੇ, ਸਿਰ ਤਲੀ ਤੇ ਰੱਖ ਕੇ ਉਹਨਾਂ ਔਕੜ ਭਰੇ ਸਮਿਆਂ ਨੂੰ ਉਹਨਾਂ ਦਾ ਟਾਕਰਾ ਕੀਤਾ ਤੇ ਜੇ ਲੋੜ ਪਈ ਤਾਂ ਸ਼ਹਾਦਤਾਂ ਵੀ ਦਿੱਤੀਆਂ। 1984 ਦੇ ਸਿੱਖ ਸ਼ਹੀਦਾਂ ਨੂੰ ਵੀ ਆਪਾਂ ਇਸੇ ਸੰਦਰਭ ਵਿੱਚ ਹੀ ਦੇਖਦੇ ਹਾਂ ਕਿ ਅੱਤ ਦੀਆਂ ਮਾੜੀਆਂ ਹਾਲਤਾਂ ਵਿੱਚ ਵੱਡੀ ਗਰਮੀ ਦੇ ਬਾਵਜੂਦ ਇੱਕ ਬੇਜੋੜ ਤਾਕਤ ਨਾਲ ਜਿਸ ਕਿਸਮ ਦਾ ਟਾਕਰਾ 4 ਜੂਨ ਤੋਂ 6 ਜੂਨ ਦੀ ਸ਼ਾਮ ਤੱਕ ਅਤੇ ਉਸ ਤੋਂ ਬਾਅਦ 10, 15, 20 ਸਾਲ ਜਿਸ ਤਰ੍ਹਾਂ ਦਾ ਜੋ ਦੌਰ ਚੱਲਿਆ ਪੰਜਾਬ ਵਿੱਚ, ਉਹਦੇ ਵਿੱਚ ਇਸ ਕਿਸਮ ਦੀਆਂ ਸ਼ਹਾਦਤਾਂ ਦੇ ਬਹੁਤ ਸਾਰੇ ਸੁਨਹਿਰੇ ਪੰਨੇ ਹਨ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ। ਤੇ 1984 ਦੇ ਚਾਹੇ ਜੂਨ ਦਾ ਸੀ ਜਾਂ ਚਾਹੇ ਨਵੰਬਰ ਦਾ, ਤੇ ਉਸ ਤੋਂ ਬਾਅਦ ਵੀ ਜੋ 10-15 ਸਾਲ ਜਿਸ ਕਿਸਮ ਦਾ ਪੰਜਾਬ ਵਿੱਚ ਮਾਹੌਲ ਰਿਹਾ, ਉਹਨੂੰ ਆਮ ਤੌਰ ਤੇ ਸਿੱਖ ਜੈਨੋਸਾਈਡ ਦੇ ਨਾਂ ਨਾਲ ਯਾਦ ਕਰਦੇ ਨੇ ਵੀ ਸਿੱਖਾਂ ਦੀ ਨਸਲਕੁਸ਼ੀ ਦਾ ਇੱਕ ਤਰੰਗ ਸੀ ਜਿਹੜੀ ਉਹ ਪੈਦਾ ਹੋਈ, ਜਿਹੜੀ ਬਹੁ ਗਿਣਤੀ ਵਿੱਚ ਇੱਕ ਤਰੰਗ ਪੈਦਾ ਹੋਈ ਸਿੱਖਾਂ ਦੀ ਨਸਲਕੁਸ਼ੀ ਦੀ। ਤੇ ਫਿਰ ਬਹੁ ਗਿਣਤੀ ਨੇ ਆਪਣੀ ਉਸ ਨਸਲਕੁਸ਼ੀ ਦੀ ਜਿਹੜੀ ਅਪਰੋਚ ਸੀ ਉਹਨੂੰ ਪ੍ਰੈਕਟੀਕਲੀ ਕਰ ਵਿਖਾਇਆ ਤੇ ਬਹੁਤ ਵੱਡੀ ਪੱਧਰ ਤੇ ਜਿਹੜਾ ਸਿੱਖ ਕਤਲੇਆਮ ਸੀ ਉਹਨੂੰ ਅੰਜਾਮ ਦਿੱਤਾ। ਜਿਹੜੇ ਜੈਨੋਸਾਈਡਸ ਨੇ, ਮੈਂ ਕੋਈ ਪੋਲੀਟੀਸ਼ੀਅਨ ਨਹੀਂ ਹੈਗਾ, ਮੈਂ ਜਿਹੜੀਆਂ ਕੌਮਾਂ ਜੈਨੋਸਾਈਡਸ ਦਾ ਸ਼ਿਕਾਰ ਹੋਈਆਂ ਨੇ ਤੇ ਉਹਨਾਂ ਤੇ ਜੈਨੋਸਾਈਡ ਦੇ ਕਿਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਤੇ ਫਿਰ ਉਹ ਕੌਮਾਂ ਜਿਹੜੇ ਉਹਨਾਂ ਦੇ ਬਜ਼ੁਰਗ ਆ ਬੰਦੇ ਆ, ਜੋ ਵੀ ਕੌਮ ਦੇ ਵੀਰ ਬਚ ਰਹਿੰਦੇ ਨੇ, ਉਹ ਫਿਰ ਇਹੋ ਜਿਹੇ ਮਾੜੇ ਹਾਲਤਾਂ ਵਿੱਚ ਕਿਸ ਕਿਸਮ ਦੇ ਕਾਰਜ ਕਰਦੇ ਨੇ ਤਾਂ ਕਿ ਕੌਮ ਦਾ ਹੋਰ ਨੁਕਸਾਨ ਨਾ ਹੋਵੇ। ਸੋ ਇਸ ਰਿਸਰਚ ਪ੍ਰੋਜੈਕਟ ਤੇ ਮੈਂ ਕੰਮ ਕਰ ਰਿਹਾ। ਸੋ ਕੌਮਾਂ ਦੀ ਹੋਂਦ ਤੇ ਜਿਹੜੀ ਜੈਨੋਸਾਈਡਲ ਅਪਰੋਚ ਆ ਉਹਦੇ ਬਾਰੇ ਜਿਸ ਤਰ੍ਹਾਂ ਮੇਰੀ ਖੋਜ ਕਾਰਜ ਹੈ, ਹਾਲੇ ਟਾਈਮ ਲੱਗੇਗਾ, ਉਹਦੇ ਲਈ ਕਾਫੀ ਸਾਰਾ ਜਿੱਦਾਂ ਸਮਾਂ ਦੇਣਾ ਪੈਂਦਾ ਹੈ। ਤੇ ਜਿਹੜੇ ਜੈਨੋਸਾਈਡਸ ਨੇ ਅਸਲ 'ਚ ਉਹ ਇਹ ਹੈਗਾ ਵੀ ਹਰ ਜਗ੍ਹਾ ਹੀ ਹੋ ਰਹੇ ਨੇ। ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਨਾਲ ਹੀ ਹੋਇਆ, ਬਹੁਤ ਸਾਰੀਆਂ ਥਾਵਾਂ ਤੇ ਹੁੰਦੇ। ਆਮ ਤੌਰ ਤੇ ਆਪਾਂ ਯਹੂਦੀਆਂ ਦੇ ਜੈਨੋਸਾਈਡ ਨੂੰ ਇਤਿਹਾਸ ਵਿੱਚ ਇੱਕ ਵੱਡੀ ਥਾਂ ਦਿੱਤੀ ਗਈ ਹੈ। ਯਹੂਦੀਆਂ ਦਾ ਜੈਨੋਸਾਈਡ ਵੀ ਫਿਜ਼ੀਕਲ ਜੈਨੋਸਾਈਡ ਜ਼ਿਆਦਾ ਸੀ, ਜਿਸ ਤਰ੍ਹਾਂ ਸਾਡਾ ਸਿੱਖਾਂ ਦਾ ਜਿਸ ਤਰ੍ਹਾਂ ਇੱਕ ਫਿਜ਼ੀਕਲ ਜੈਨੋਸਾਈਡ ਹੈ, ਆਪਾਂ ਉਹਨੂੰ ਜੈਨੋਸਾਈਡ ਦੇ ਤੌਰ ਤੇ ਵੇਖਦੇ ਹਾਂ। ਪਰ ਪੂਰੇ ਵਰਲਡ ਵਿੱਚ ਜਿਹੜਾ ਜੈਨੋਸਾਈਡਲ ਇੰਪਲਸ ਹੈਗੀ ਆ ਉਹ ਲਗਾਤਾਰ ਕਿਤੇ ਨਾ ਕਿਤੇ ਹੇਠਲੇ ਰੂਪ ਵਿੱਚ ਕੰਮ ਕਰਦੀ ਹੈ। ਕਿਸੇ ਵੇਲੇ ਉਹ ਇੰਨਾ ਜਿਸ ਤਰ੍ਹਾਂ ਹੁਲਾਰਾ ਮਾਰ ਜਾਂਦੀ ਹੈ ਵੀ ਉਬਾਲੇ ਖਾਣ ਲੱਗ ਜਾਂਦੀ ਹੈ, ਫਿਰ ਉਹ ਕਤਲੋਗਾਰਤ ਵਿੱਚ ਆ ਜਾਂਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਜਿਸ ਧਰਤੀ ਤੇ ਬੈਠੇ ਹੋ 70 ਸਾਲਾਂ ਵਿੱਚ ਇੱਥੋਂ ਦੀਆਂ 100 ਬੋਲੀਆਂ ਨੇ ਜਿਹੜੀਆਂ ਭਾਸ਼ਾਵਾਂ, ਮੂਲ ਭਾਸ਼ਾਵਾਂ ਸੀ, ਉਹ ਜੈਨੋਸਾਈਡ ਦਾ ਸ਼ਿਕਾਰ ਹੋ ਚੁੱਕੀਆਂ ਨੇ।
ਪਿਛਲੇ 70 ਸਾਲਾਂ ਵਿੱਚ ਕੈਲੀਫੋਰਨੀਆ ਸਟੇਟ ਦੀਆਂ ਹੀ 100 ਭਾਸ਼ਾਵਾਂ ਇਸ ਧਰਤੀ ਤੋਂ ਮਿਟ ਗਈਆਂ ਨੇ। ਹੁਣ ਉਹਨਾਂ ਮੂਲ ਬੋਲੀਆਂ ਨੂੰ ਬੋਲਣ ਵਾਲਾ ਕੋਈ ਇੱਕ ਵੀ ਵਸਿੰਦਾ ਜਿੰਦਾ ਨਹੀਂ ਰਿਹਾ। ਇਹ ਇੱਕ ਕਿਸਮ ਦਾ ਜੈਨੋਸਾਈਡ ਹੈ ਜੋ ਚੱਲ ਰਿਹਾ ਹੈ। ਭਾਸ਼ਾ, ਧਰਮ, ਨਿਆਰੀ ਹਸਤੀ ਤੇ ਕੌਮ ਦੀ ਵਿਲੱਖਣਤਾ, ਕੌਮ ਦਾ ਇਤਿਹਾਸ, ਇਹ ਬਹੁਤ ਸਾਰੇ ਐਲੀਮੈਂਟਸ ਨੇ ਜਿਨ੍ਹਾਂ ਤੇ ਜਿਹੜੀਆਂ ਭਾਰੂ ਬਹੁ ਗਿਣਤੀ ਵਾਲੀਆਂ ਸਟੇਟਸ ਆ ਜਾਂ ਜਿਹੜੀਆਂ ਮੈਜੋਰੀਟੇਰੀਅਨ ਡੈਮੋਕ੍ਰੇਸੀਜ਼ ਆ ਉਹ ਹਮਲਾ ਕਰਦੀਆਂ। ਲੈਨਿਨ ਦੀ ਇੱਕ ਟੂਕ ਸੀਗੀ, ਉਹ ਕਹਿੰਦਾ ਵੀ ਡੈਮੋਕ੍ਰੇਸੀ ਆਫ ਮੈਜੋਰਿਟੀ ਇਜ਼ ਵਰਸ ਦੈਨ ਡਿਕਟੇਟਰਸ਼ਿਪ। ਸੋ ਜਿਹੜੀ ਮੈਜੋਰਿਟੀ ਦੀ ਡੈਮੋਕ੍ਰੇਸੀ ਹੈ ਉਹ ਤਾਨਾਸ਼ਾਹੀ ਨਾਲੋਂ ਵੀ, ਉਹ ਕਹਿੰਦਾ ਜਿਸ ਤਰ੍ਹਾਂ, ਉਹ ਬਹੁਤ ਖਤਰਨਾਕ ਕਿਸਮ ਦੀ ਹੈਗੀ ਆ। ਤੇ ਜਿਹੜਾ ਪ੍ਰੋਫੈਸਰ ਅਰਜਨ ਅੱਪਾਦੁਰਾਈ ਨੇ, ਤੁਹਾਡੇ ਇੱਥੇ ਅਮਰੀਕਾ 'ਚ ਨੇ ਕਿਸੇ ਯੂਨੀਵਰਸਿਟੀ 'ਚ ਕੰਮ ਕਰਦੇ ਨੇ, ਉਹਨਾਂ ਦੀ ਇੱਕ ਕਿਤਾਬ ਆਈ ਸੀ ਫੀਅਰ ਆਫ ਸਮਾਲ ਨੰਬਰਸ, ਵੀ ਛੋਟੀਆਂ ਘੱਟ ਗਿਣਤੀਆਂ ਤੋਂ ਜਿਹੜੀ ਬਹੁ ਗਿਣਤੀ ਆ ਉਹਨੂੰ ਡਰ ਕਾਹਤੋਂ ਲੱਗਦਾ ਹੈ। ਵੀ ਉਹ ਲਗਾਤਾਰ, ਹਾਲਾਂਕਿ ਉਹ ਸਟੇਟ ਵੀ ਬਣਾ ਲੈਂਦੀ ਆ, ਆਪਣਾ ਰਾਜ ਵੀ ਕਾਇਮ ਕਰ ਲੈਂਦੀ ਆ, ਹਥਿਆਰਾਂ ਦੇ ਮਾਰ ਵੀ ਲਾ ਲੈਂਦੀ ਆ, ਈਵਨ ਉਹਨਾਂ ਕੋਲ ਪਰਮਾਣੂ ਹਥਿਆਰ ਵੀ ਹੋ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਉਹਦੇ ਵਿੱਚੋਂ ਇੱਕ ਡਰ ਦੀ ਭਾਵਨਾ ਰਹਿੰਦੀ ਆ। ਉਹ ਲਗਾਤਾਰ ਜੈਨੋਸਾਈਡਲ ਅਪਰੋਚ ਨੂੰ ਲੈ ਕੇ ਚੱਲਦੀ ਹੈ। ਪ੍ਰੋਫੈਸਰ ਅਰਜਨ ਅੱਪਾਦੁਰਾਈ ਕਹਿੰਦੇ ਆ ਵੀ ਉਹ ਕੌਮਾਂ ਜਿਨ੍ਹਾਂ ਦੀ ਘਾੜਤ ਅਤੇ ਸਮਾਜੀ ਪਹਿਚਾਣ ਹੀ ਬਾਕੀ ਕੌਮਾਂ ਦੀ ਤਬਾਹੀ ਦੇ ਕਾਰਜ ਨਾਲ ਜੁੜੀ ਹੁੰਦੀ ਹੈ, ਕਿਉਂਕਿ ਉਸ ਕੌਮ ਨੂੰ ਲੱਗਦਾ ਹੈ ਕਿ ਹੋਰ ਕੌਮਾਂ ਸਾਡਾ ਖਾਤਮਾ ਕਰ ਦੇਣਗੀਆਂ। ਸੋ ਇਸ ਕਿਸਮ ਦੀ, ਇਹਨੂੰ ਉਹ ਪ੍ਰੈਡੇਟਰੀ ਆਇਡੈਂਟੀਟੀ ਕਹਿੰਦੇ ਆ। ਜਿਹੜੀ ਵੱਡੀ ਕੌਮ, ਪ੍ਰੈਡੇਟਰਸ ਹੁੰਦੇ ਨੇ ਜਿਹੜੇ ਵੱਡੇ ਮਗਰਮੱਛ, ਛੋਟੀਆਂ ਮੱਛੀਆਂ ਨੂੰ ਖਾਂਦੇ ਨੇ। ਸੋ ਉਹਨਾਂ ਨੇ ਇੱਕ ਟਰਮ ਕੁਆਇਨ ਕੀਤੀ ਆ, ਪ੍ਰੈਡੇਟਰੀ ਆਇਡੈਂਟੀਟੀ, ਵੀ ਜਿਹੜੀ ਵੱਡੀ ਕੌਮ ਆ ਛੋਟੀਆਂ ਕੌਮਾਂ ਨੂੰ ਖਾਂਦੀ ਆ, ਉਹ ਪ੍ਰੈਡੇਟਰੀ ਆਇਡੈਂਟੀਟੀ ਬਣ ਜਾਂਦੀ ਹੈ। ਉਹ ਕਹਿੰਦੇ ਬਹੁ ਗਿਣਤੀ ਜਦੋਂ ਆਪਣੀ ਹੋਂਦ ਨੂੰ ਖਤਰੇ ਦਾ ਮਾਹੌਲ ਖੜਾ ਕਰ ਲੈਂਦੀ ਹੈ ਤਾਂ ਇੱਕ ਸਹਿਜ ਵਿੱਚ ਰਹਿ ਰਹੇ ਲੋਕਾਂ ਲੋਕਾਂ ਨੂੰ ਖਤਰਨਾਕ ਤੇ ਮਾਰਖੋਰੇ ਬਣਾ ਦਿੰਦੀ ਹੈ। ਵੀ ਜਦੋਂ ਉਹ ਰਾਜ ਹਾਸਲ ਕਰਕੇ ਵੀ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿਸ ਤਰ੍ਹਾਂ ਵੀ ਸਾਡੇ ਤੇ ਬਹੁਤ ਵੱਡਾ ਹਮਲਾ ਹੋਣ ਵਾਲਾ, ਉਹ ਇਨਸਿਕਿਉਰਿਟੀ ਦੀ ਭਾਵਨਾ ਵਿੱਚ ਰਹਿੰਦੀ ਹੈ। ਫਿਰ ਉਹ ਆਮ ਲੋਕਾਂ ਨੂੰ ਵੀ ਮਾਰਖੋਰੇ, ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਮਾਹੌਲ ਦੇਖ ਰਹੇ ਹਾਂ ਵੀ ਜੋ ਭਾਰਤ ਵਿੱਚ ਜਿਸ ਤਰ੍ਹਾਂ ਚੱਲ ਰਿਹਾ ਨਾ, ਵੀ ਇੱਕ ਹਿੰਦੂ ਸੁਸਾਇਟੀ ਦਾ ਵੱਡਾ ਹਿੱਸਾ ਜਿਹੜਾ ਉਹ ਮਾਰਖੋਰੀਆਂ ਰੁਚੀਆਂ ਜਿਹੜੀਆਂ ਉਹਦੇ ਵਿੱਚ ਪੈਦਾ ਹੋ ਰਹੀਆਂ ਨੇ ਦੁਬਾਰਾ 1984 ਤੋਂ ਬਾਅਦ। ਸੋ ਜਿਹੜੀ ਇਹ ਇੰਪਲਸ ਹੈ ਉਹ ਕਿਸੇ ਵੇਲੇ ਤਾਂ ਸਬਲਾਈਮ ਸਿਚੁਏਸ਼ਨ ਵਿੱਚ ਰਹਿੰਦੀ ਆ, ਵੀ ਹੇਠਲੇ ਪੱਧਰ ਤੇ ਰਹਿੰਦੀ ਹੈ, ਪਰ ਕਿਸੇ ਵੇਲੇ ਉਹਦਾ ਫਿਰ ਉਬਾਲਾ ਬਚਦਾ ਤੇ ਫਿਰ ਉਹ ਜਿਹੜੀ ਕਤਲੋ ਗਾਰਤ ਹੈ ਉਹਨੂੰ ਕਰਨ ਦਾ ਉਹ ਕਾਰਜ ਕਰਦੀ ਹੈ। ਤੇ ਪ੍ਰੋਫੈਸਰ ਅਰਜਨ ਅੱਪਾਦੁਰਾਈ ਕਹਿੰਦੇ ਆ, ਪ੍ਰੈਡੇਟਰੀ ਆਇਡੈਂਟੀਟੀਜ਼ ਇਨ ਅਦਰ ਵਰਡਸ ਆਰ ਪ੍ਰੋਡਕਟਸ ਆਫ ਸਿਚੁਏਸ਼ਨਸ in which the idea of a national peoplehood is successfully reduced to the principal ethnic singularity। ਉਹ ਕਹਿੰਦੇ ਵੀ ਜਿਹੜਾ ਨੈਸ਼ਨਲਿਜ਼ਮ ਆ ਨਾ, ਜਿਹੜਾ ਅੱਜ ਕੱਲ੍ਹ ਭਾਰਤ ਵਿੱਚ ਜਿਸ ਦਾ ਬਹੁਤ ਵੱਡੀ ਪੱਧਰ ਤੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਵੀ ਨਾਰਾ ਲਾਇਆ ਜਾ ਰਿਹਾ, ਜਦੋਂ ਜਿਹੜੀ ਪ੍ਰੈਡੇਟਰੀ ਆਇਡੈਂਟੀਟੀ ਆ ਉਸ ਨੈਸ਼ਨਲਿਜ਼ਮ ਨੂੰ ਇੱਕ ਸਿੰਗੂਲੈਰਿਟੀ ਦੇ ਤੌਰ ਤੇ ਵੀ ਇੱਕ ਕਾਤਲ ਗਰੋਹ ਦੇ ਤੌਰ ਤੇ ਰਿਡਿਊਸ ਕਰ ਦਿੰਦੀ ਆ। ਫਿਰ ਉਹ ਜਿਹੜੀ ਇੰਪਲਸ ਆ ਲੋਕਾਂ ਵਿੱਚ ਉਹ ਕਤਲ ਕਰਨ ਦੀ ਹੈ ਜਿਹੜੀ ਉਹ ਲਗਾਤਾਰ ਪੈਦਾ ਹੁੰਦੀ ਜਾਂਦੀ ਹੈਗੀ ਆ। ਸੋ ਆਪਾਂ ਇਸ ਸੰਦਰਭ 'ਚ ਹੀ ਦੇਖਿਆ ਵੀ ਕਿਸ ਤਰ੍ਹਾਂ 1984 ਵਿੱਚ ਇੱਕ ਤਾਂ ਜਿਹੜੀ ਬਹੁ ਗਿਣਤੀ ਸੀ ਉਸ ਨੂੰ ਇੰਦਰਾ ਗਾਂਧੀ ਤੇ ਸਮੇਂ ਦੀ ਸਰਕਾਰ ਨੇ ਆਪਣੇ ਹੱਕ ਵਿੱਚ ਕੀਤਾ, ਵੀ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਉਹਦੇ 'ਚੋਂ ਇਹ ਆਇਆ ਵੀ ਜਿਹੜੀ ਬਹੁ ਗਿਣਤੀ ਨੇ ਇੰਦਰਾ ਗਾਂਧੀ ਦੇ ਸਾਰੇ ਕਾਰਜ ਦੀ ਹਮਾਇਤ ਕੀਤੀ। ਤੇ ਦੂਜਾ ਇਹ ਹੈਗਾ ਵੀ ਸਿੱਖ ਕੌਮ ਦੀ ਘੱਟ ਗਿਣਤੀ 'ਚੋਂ ਵੀ ਜਿਹੜਾ ਇੱਕ ਹਿੱਸਾ ਸੀਗਾ ਉਹ ਸਰਕਾਰ ਨਾਲ ਰਲ ਜਾਂਦਾ ਹੈ। ਵੀ ਜਦੋਂ ਇਸ ਕਿਸਮ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ ਤੇ ਫਿਰ ਉਹ ਜਿਹੜਾ ਨਸਲਕੁਸ਼ੀ ਦਾ ਜਿਹੜਾ ਉਹ ਦੌਰ ਹੈ ਉਹ ਲਗਾਤਾਰ ਚੱਲਦਾ, ਹੁਣ ਵੀ ਚੱਲ ਰਿਹਾ। ਕਦੇ ਸਬਲਾਈਮ ਸਿਚੁਏਸ਼ਨ 'ਚ ਹੁੰਦਾ ਤੇ ਕਦੇ ਉਹ ਇਰਪਟ ਹੋ ਜਾਂਦਾ। ਵੀ ਲਗਾਤਾਰ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਇਹ ਹੋ ਰਹੀਆਂ ਨੇ। ਤੇ ਹੁਣ ਜਦੋਂ 35 ਸਾਲਾਂ ਬਾਅਦ ਅੱਜ ਅਸੀਂ ਉਸ ਸ਼ਹਾਦਤ ਦੇ ਸੰਦਰਭ ਵਿੱਚ, ਉਹਨਾਂ ਸ਼ਹਾਦਤਾਂ ਜਾਂ ਉਸ ਜੈਨੋਸਾਈਡ ਦੇ ਸੰਦਰਭ ਵਿੱਚ ਅੱਜ ਇਕੱਠੇ ਹੋਏ ਆ, ਤਾਂ ਉਹਦੇ ਚੋਂ ਇੱਕ ਗੱਲ ਲਗਾਤਾਰ ਸੋਚੀ ਜਾਂਦੀ ਹੈ ਵੀ ਕੀ ਖੱਟਿਆ ਤੇ ਕੀ ਗਵਾਇਆ। ਵੀ ਆਪਾਂ ਜਦੋਂ ਹੁਣ ਦੇ ਸੰਦਰਭ ਵਿੱਚ 35 ਸਾਲਾਂ ਤੋਂ ਬਾਅਦ ਜਦੋਂ ਇੱਕ ਵਕਫਾ ਆ ਗਿਆ ਵੀ ਉਹਦੇ ਚੋਂ ਕੀ ਖੱਟਿਆ ਕੀ ਗਵਾਇਆ, ਉਹਦੇ ਚੋਂ ਆਪਾਂ ਇਹ ਕਹਿ ਸਕਦੇ ਹੈਗੇ ਆ ਵੀ ਲਗਾਤਾਰ ਜਿਸ ਤਰ੍ਹਾਂ ਉਸ ਲਹਿਰ ਦੇ ਤੰਤ ਨੂੰ ਜਿੰਦਾ ਰੱਖਿਆ ਗਿਆ, ਇਹ ਸਿੱਖ ਕੌਮ ਦੀ ਇੱਕ ਪ੍ਰਾਪਤੀ ਆ। ਵੀ ਲਗਾਤਾਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਵੀ ਸਿੱਖਾਂ ਨੇ ਚੰਗਾ ਸਮਝਿਆ ਉਸ ਜਿਹੜਾ ਜੈਨੋਸਾਈਡ ਸੀ ਉਹਦੇ ਵਿੱਚ ਆਵਾਜ਼ ਉਠਾਈ ਹੈ। ਤੇ ਹੁਣ ਤੱਕ 35 ਸਾਲਾਂ 'ਚ ਇਹ ਹੋਇਆ ਵੀ ਇੱਕ ਵੀ ਹਮਲਾ ਜਿਹੜਾ ਸਿੱਖਾਂ ਤੇ ਹੋਣ ਵਾਲਾ ਇੱਕ ਵੀ ਹਮਲਾ ਅਨਚੈਲੰਜਡ ਨਹੀਂ ਗਿਆ। ਹਰੇਕ ਹਮਲੇ ਦਾ ਵਿਰੋਧ ਹੋਇਆ, ਚਾਹੇ ਉਹ ਸਰੀਰਕ ਹਮਲਾ ਹੋਵੇ, ਚਾਹੇ ਉਹ ਸਿਧਾਂਤਕ ਹਮਲਾ ਹੋਵੇ, ਚਾਹੇ ਉਹ ਸਾਡੀ ਗੁਰਬਾਣੀ ਤੇ ਹਮਲਾ ਹੋਵੇ,
ਚਾਹੇ ਗੁਰੂ ਸਾਹਿਬ ਬਾਰੇ ਕੁਝ ਤਰ੍ਹਾਂ ਦੇ ਸ਼ਬਦ ਵਰਤੇ ਗਏ ਹੋਣ ਜਾਂ ਬਹੁਤ ਸਾਰੀਆਂ ਕੋਈ ਫਿਲਮਾਂ ਬਣਾਈਆਂ ਗਈਆਂ ਹੋਣ, ਮਤਲਬ ਕਿ ਇਸ ਤਰ੍ਹਾਂ ਤੁਸੀਂ ਦੇਖਿਓ ਵੀ ਲਗਾਤਾਰ ਇਹ ਇੱਕ ਟ੍ਰੈਂਡ ਆ ਰਿਹਾ ਵੀ ਸਿੱਖ ਕੌਮ ਨੇ ਪਿਛਲੇ 35 ਸਾਲਾਂ ਤੋਂ ਜਿੰਨੇ ਵੀ ਹਮਲੇ ਹੋਏ ਨੇ ਉਹਨਾਂ ਤੇ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਜਾਣ ਦਿੱਤਾ, ਵੀ ਸੁੱਕਾ ਨਹੀਂ ਜਾਣ ਦਿੱਤਾ। ਉਹਦੇ ਖਿਲਾਫ ਇੱਕ ਆਵਾਜ਼ ਹੈ ਜਿਹੜੀ ਉਹ ਲਗਾਤਾਰ ਉੱਠੀ ਹੈ, ਉਹਨੂੰ ਚੈਲੰਜ ਕੀਤਾ ਗਿਆ, ਉਹ ਅਨਚੈਲੰਜ ਨਹੀਂ ਗਿਆ ਹੈਗਾ। ਇਹ ਕਹਿ ਸਕਦੇ ਆ ਆਪਾਂ ਵੀ ਉਹ ਸਾਡੀ ਇੱਕ ਬੜੀ ਵੱਡੀ ਪ੍ਰਾਪਤੀ ਹੈਗੀ ਆ। ਤੇ ਪਰ ਦੂਜੇ ਪਾਸੇ ਇਹ ਹੈਗਾ ਵੀ 35 ਸਾਲਾਂ ਤੋਂ ਅਸੀਂ ਸਿਰਫ ਪ੍ਰੋਟੈਸਟ ਦੀ ਮੋਡ ਵਿੱਚ ਹੀ ਰਹਿ ਰਹੇ ਹਾਂ, ਵੀ ਲਗਾਤਾਰ ਪ੍ਰੋਟੈਸਟ ਹੀ ਕਰ ਰਹੇ ਹਾਂ। ਜਿਹੜਾ ਇਹ ਮੋਡ ਹੈਗਾ ਨਾ ਪ੍ਰੋਟੈਸਟ ਦਾ, ਇੱਕ ਤਾਂ ਪ੍ਰੋਟੈਸਟ ਹੋਣਾ ਚਾਹੀਦਾ, ਪਰ ਉਸ ਤੋਂ ਬਾਅਦ ਇਹ ਹੈਗਾ ਵੀ ਸਿਰਜਣਾ ਵੀ ਕੀ ਕਰਨੀ ਹੈ। ਅਸੀਂ ਜਸਟ ਪ੍ਰੋਟੈਸਟ ਹੀ ਲਹਿਰ ਨੂੰ ਅੱਗੇ ਟਰਾਂਸਕੈਂਡ ਨਹੀਂ ਕਰ ਸਕਦਾ। ਸਾਨੂੰ ਹੁਣ ਇਹ ਹੈਗਾ ਵੀ ਪ੍ਰੋਟੈਸਟ ਦੇ ਨਾਲ ਨਾਲ ਉਹ ਤੋਂ ਬਿਨਾਂ ਇੱਕ ਨਵੀਂ ਸਿਰਜਣਾ ਦਾ ਜਿਹੜਾ ਸੰਕਲਪ ਹੈ, ਅਸੀਂ ਕੁਝ ਨਵਾਂ ਸਿਰਜਣਾ ਵੀ ਹੈ। ਪ੍ਰੋਫੈਸਰ ਐਂਥਨੀ ਸਮਿਥ ਆ, ਉਹਨਾਂ ਨੇ ਕੌਮਾਂ ਦੀ ਹੋਂਦ ਔਰ ਹਸਤੀ ਦੇ ਬਾਰੇ ਬਹੁਤ ਸਾਰਾ ਕਾਰਜ ਕੀਤਾ, ਔਰ ਜਿਸ ਤਰ੍ਹਾਂ ਜਿਹੜੀਆਂ ਘੱਟ ਗਿਣਤੀ ਕੌਮਾਂ ਉਹਨਾਂ ਦੇ ਨੈਸ਼ਨਲਿਜ਼ਮ ਬਾਰੇ ਪ੍ਰੋਫੈਸਰ ਐਂਥਨੀ ਸਮਿਥ ਦਾ ਜਿੰਨੇ ਵੀ ਥੀਸਿਸ ਨੇ ਉਹ ਅਨਚੈਲੰਜ ਨੇ। ਬਹੁਤ ਕਮਾਲ ਦਾ ਉਹਨਾਂ ਦਾ ਉਹ ਆਈਡੀਆ ਹੈਗਾ। ਉਹ ਕਹਿੰਦੇ ਵੀ ਜਿਹੜੀਆਂ ਕੌਮੀ ਮੁਕਤੀ ਦੀਆਂ ਲਹਿਰਾਂ ਨੇ ਨਾ, ਉਹਦੇ ਵਿੱਚ ਰੇਲ ਦੀ ਪਟੜੀ ਵਾਂਗੂ ਦੋ ਟ੍ਰੈਂਡ ਚੱਲਦੇ ਨੇ। ਇੱਕ ਪੋਲੀਟੀਕਲ ਫੋਰਸ ਹੁੰਦੀ ਹੈ ਤੇ ਇੱਕ ਨੈਸ਼ਨਲਿਸਟਿਕ ਫੋਰਸ ਹੁੰਦੀ ਹੈ। ਪੋਲੀਟੀਕਲ ਫੋਰਸ ਨੇ ਜਿਹੜੇ ਪੋਲੀਟੀਕਲ ਨਿਸ਼ਾਨੇ ਆ ਕੌਮ ਦੇ, ਉਹਨਾਂ ਨੂੰ ਅੱਗੇ ਲੈ ਕੇ ਜਾਣਾ ਹੁੰਦਾ, ਪਰ ਜਿਹੜੀ ਨੈਸ਼ਨਲਿਸਟਿਕ ਫੋਰਸ ਆ ਉਹਨੇ ਕੌਮ ਦਾ ਰੂਹਾਨੀ ਕਰੈਕਟਰ ਘੜਨਾ ਹੁੰਦਾ। ਉਹਨੇ ਕੌਮ ਵਿੱਚ ਰੂਹਾਨੀ ਜਜ਼ਬਾ ਤੇ ਉਹਦੇ ਵਿੱਚ ਕੌਮੀ ਜਜ਼ਬਾ ਪੈਦਾ ਕਰਨਾ ਹੁੰਦਾ ਹੈਗਾ। ਇਹ ਦੋਵੇਂ ਟ੍ਰੈਂਡ ਲਗਾਤਾਰ ਇੱਕਦਮ ਚੱਲਦੇ ਆ। ਉਹ ਕਹਿੰਦਾ ਵੀ ਇਹਦੇ 'ਚ ਇਹ ਹੁੰਦਾ ਵੀ ਜਿਹੜਾ ਪੋਲੀਟੀਕਲ ਵਿੰਗ ਹੈਗਾ ਉਹ ਉਦੋਂ ਕੰਮ ਕਰਦਾ ਜਦੋਂ ਉਹ ਪੋਲੀਟੀਕਲ ਨਿਸ਼ਾਨੇ ਪਹਿਲ ਦੀ ਅਵਸਥਾ 'ਚ ਹੁੰਦੇ ਆ, ਵੀ ਜਦੋਂ ਪੋਲੀਟੀਕਲ ਨਿਸ਼ਾਨੇ ਲਈ ਕੌਮ ਲਗਾਤਾਰ ਲੜ ਰਹੀ ਆ। ਪਰ ਜਿਹੜੀ ਨੈਸ਼ਨਲਿਸਟਿਕ ਫੋਰਸ ਆ ਉਹਦੇ ਪਿੱਛੇ ਰਹਿ ਕੇ, ਬਿਹਾਈਂਡ ਦੀ ਸੀਨ ਰਹਿ ਕੇ ਕੌਮੀ ਜਜ਼ਬਾ ਜਿਹੜਾ ਉਹ ਲਗਾਤਾਰ ਮਜ਼ਬੂਤ ਕਰਦੀ ਰਹਿੰਦੀ ਆ। ਉਹ ਕਹਿੰਦਾ ਵੀ ਜਦੋਂ ਇਤਿਹਾਸ ਦੇ ਕਿਸੇ ਮੌਕੇ ਤੇ ਆ ਕੇ ਜੇ ਪੋਲੀਟੀਕਲ ਫੋਰਸ ਹਾਰ ਜਾਵੇ, ਉਹਨੂੰ ਨਿਸ਼ਾਨਾ ਹਾਸਲ ਨਾ ਹੋਵੇ, ਉਹ ਤੋਂ ਬਾਅਦ ਜਿਹੜਾ ਰੋਲ ਹੈਗਾ ਉਹ ਨੈਸ਼ਨਲਿਸਟਿਕ ਫੋਰਸ ਆਪਣੇ ਆਪ ਲੈ ਲੈਂਦੀ ਆ। ਨੈਸ਼ਨਲਿਸਟਿਕ ਫੋਰਸ ਨੂੰ ਸੀਨ ਤੇ ਆ ਜਾਣਾ ਚਾਹੀਦਾ ਤਾਂ ਕਿ ਹਾਰੀ ਹੋਈ ਕੌਮ ਵਿੱਚ ਮੁੜ ਤੋਂ ਕੌਮੀ ਜਜ਼ਬਾ ਭਰਿਆ ਜਾਵੇ ਤੇ ਉਹ ਮੁੜ ਤੋਂ ਆਪਣੇ ਕੌਮੀ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਇੱਕ ਜਜ਼ਬਾ, ਇੱਕ ਜੋਸ਼ ਤੇ ਇੱਕ ਤਰ੍ਹਾਂ ਦਾ ਜਿਹੜਾ ਡਿਸਕੋਰਸ ਹੁੰਦਾ, ਅਕੈਡਮਿਕ ਡਿਸਕੋਰਸ ਆ ਜਿਹੜਾ ਉਹ ਲੈ ਕੇ ਆਉਂਦੀ ਜਾਵੇ। ਹੁਣ ਜਦੋਂ ਆਪਾਂ 35 ਸਾਲ ਬਾਅਦ ਉਸ ਸਿਚੁਏਸ਼ਨ ਤੇ ਵਿਚਾਰ ਕਰਦੇ ਹਾਂ, ਇੱਕ ਤਾਂ ਇੱਥੇ ਨੈਗੇਟਿਵ ਪੁਆਇੰਟ ਆਪਣਾ ਇਹ ਆ ਰਿਹਾ ਵੀ ਅਸੀਂ 35 ਸਾਲ ਬਾਅਦ ਸਾਡੀ ਜਿਹੜੀ ਰਿਐਕਸ਼ਨਰੀ ਤੇ ਪ੍ਰੋਟੈਸਟ ਵਾਲੀ ਫੋਰਸ ਸੀ ਉਹਦੀ ਥਾਂ ਲੈਣ ਲਈ ਨੈਸ਼ਨਲਿਸਟਿਕ ਫੋਰਸ ਨਾ ਉੱਭਰੀ ਆ ਤੇ ਨਾ ਉਹਨੂੰ ਥਾਂ ਹੀ ਦਿੱਤਾ ਗਿਆ, ਜੇ ਥੋੜੀ ਬਹੁਤੀ ਹੈਗੀ ਵੀ ਸੀ। ਇੱਥੇ ਸਾਡਾ ਜਿਹੜਾ ਕਲੈਸ਼ ਆ ਉਹ ਆ ਰਿਹਾ ਹੈਗਾ ਵੀ ਤਾਂ ਹੀ ਹੁਣ ਅਗਾਂਹ ਜਿਹੜਾ ਵੀ ਗਾਂਹ ਲਹਿਰ ਨੇ ਟਰਾਂਸਕੈਂਡ ਕਰਨਾ ਹੁੰਦਾ ਐਕੈਡਮਿਕ ਲੈਵਲ ਤੇ ਜਾਂ ਪੋਲੀਟੀਕਲ ਲੈਵਲ ਤੇ, ਉਹ ਤਾਂ ਹੀ ਉਹ ਨਹੀਂ ਹੋ ਰਿਹਾ ਵੀ ਜਿਹੜਾ ਮੰਚ ਹੈਗਾ, ਜਿਹੜੀ ਥਾਂ ਹੈਗੀ ਆ, ਪੋਲੀਟੀਕਲ ਫੋਰਸ ਪਿੱਛੇ ਨਹੀਂ ਹੋ ਰਹੀ ਤੇ ਨੈਸ਼ਨਲਿਸਟਿਕ ਫੋਰਸ ਨੂੰ ਉਹ ਥਾਂ ਨਹੀਂ ਦੇ ਰਹੀ। ਤੁਸੀਂ ਜੇ ਇੱਥੇ ਦੇਖੋ ਵੀ ਜਿਹੜਾ ਕਾਊਂਟਰ ਨੈਰੇਟਿਵ ਆ, ਜੇ ਕਾਊਂਟਰ ਨੈਰੇਟਿਵ ਸਾਡੇ ਕੋਲੋਂ ਨਹੀਂ ਆਉਂਦਾ, ਅਸੀਂ ਮਾਰ ਕਿੱਥੇ ਖਾ ਰਹੇ ਹੈਗੇ ਵੀ ਅਸੀਂ ਲਗਾਤਾਰ ਪ੍ਰੋਟੈਸਟ ਦੇ ਮੋੜ 'ਚੋਂ ਕਾਊਂਟਰ ਨੈਰੇਟਿਵ ਨਹੀਂ ਲੈ ਕੇ ਆ ਰਹੇ ਵੀ ਸਿੱਖਾਂ ਦਾ ਉਸਾਰੂ ਹੈ ਕਿ ਵੀ ਉਹਦੇ ਮੁਕਾਬਲੇ ਤੇ ਸਾਡੇ ਆਪਣੇ ਕੀ ਜਜ਼ਬਾਤ ਨੇ। ਸੋ ਵਰਲਡ ਐਕੈਡੈਮਿਕਸ ਲੈਵਲ ਤੇ ਸਾਨੂੰ ਬਹੁਤ ਕੁਝ ਲਿਖਣਾ ਤੇ ਬਹੁਤ ਕੁਝ ਪੜ੍ਹਨਾ ਚਾਹੀਦਾ ਸੀ। ਬਹੁਤ ਕੁਝ ਇਸ ਵੇਲੇ ਤੱਕ ਸਾਡਾ ਡਿਸਕੋਰਸ ਆ, ਜਿਹੜਾ ਸਾਡਾ ਕਾਊਂਟਰ ਨੈਰੇਟਿਵ ਆ, ਉਹ ਸਾਹਮਣੇ ਆਉਣਾ ਚਾਹੀਦਾ ਸੀ। ਦੁਨੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਸਾਡੇ ਵਿਦਵਾਨ ਪੈਦਾ ਹੋਣੇ ਚਾਹੀਦੇ ਸੀ। ਉਹਦੇ ਕਰਕੇ ਵੀ ਉਹ ਕਾਊਂਟਰ ਨੈਰੇਟਿਵ ਨਹੀਂ ਆਇਆ, ਤਾਂ ਹੀ ਉਹ ਲੀਡਰਸ਼ਿਪ ਦਾ ਸੰਕਲਪ ਸਾਹਮਣੇ ਨਹੀਂ ਆ ਰਿਹਾ। ਅਸੀਂ ਲਗਾਤਾਰ ਲੀਡਰ ਲੱਭ ਰਹੇ ਹਾਂ ਵੀ ਸਾਨੂੰ ਕੋਈ ਲੀਡਰ ਮਿਲ ਜਾਵੇ, ਪਰ ਅਸੀਂ ਇੰਸਟੀਟਿਊਸ਼ਨਸ ਨਹੀਂ ਉਸਾਰ ਰਹੇ। ਜਿਹੜਾ ਲੀਡਰ ਆ ਉਹ ਇੰਸਟੀਟਿਊਸ਼ਨਸ ਨੇ ਉਸਾਰਨਾ, ਲੀਡਰ ਆਪਣੇ ਆਪ ਨਹੀਂ ਆਉਣਾ। ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਸਿਰਜਣਾ ਹੈਗੀ ਆ ਤੇ ਉਹਦੇ ਮੁਕਾਬਲੇ ਤੇ ਸਿੱਖ ਸੰਸਥਾਵਾਂ ਜਿਹੜੀਆਂ ਉਸਰੀਆਂ ਨੇ, ਸੰਗਤ ਦੀ ਪ੍ਰਥਾ, ਦਸਵੰਧ ਦੀ ਪ੍ਰਥਾ, ਲੰਗਰ ਦੀ ਪ੍ਰਥਾ, ਜਾਂ ਸਾਡਾ ਆਪਣਾ ਇੱਕ ਗੁਰੂ ਸਾਹਿਬ ਨੇ ਫਿਰ ਜਿਸ ਤਰ੍ਹਾਂ ਜਨਮ ਮਰਨ ਦੇ ਮੌਕੇ ਤੇ ਜਿਹੜੇ ਆਪਾਂ ਨੇ ਕਾਰਜ ਕਰਨੇ ਆ ਉਹਨਾਂ ਦੀ ਪ੍ਰਥਾ। ਸੋ ਇੱਕ ਤਾਂ ਕਾਊਂਟਰ ਨੈਰੇਟਿਵ ਆਇਆ, ਹਿੰਦੂ ਤੇ ਜਿਹੜੀ ਮੁਸਲਿਮ ਸਭਿਅਤਾ ਸੀ ਉਹਦੇ ਮੁਕਾਬਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਕਾਊਂਟਰ ਨੈਰੇਟਿਵ ਦੇ ਤੌਰ ਤੇ ਸਿੱਖਾਂ ਵੱਲੋਂ ਆਇਆ। ਤੇ ਦੂਜਾ, ਉਸ ਕਾਊਂਟਰ ਨੈਰੇਟਿਵ ਦੇ ਆਧਾਰ ਤੇ ਸੰਸਥਾਵਾਂ ਉਸਾਰੀਆਂ ਗਈਆਂ। ਉਹਨਾਂ ਸੰਸਥਾਵਾਂ ਨੇ ਫਿਰ ਲੀਡਰਸ਼ਿਪ ਦਿੱਤੀ। ਜਦੋਂ ਉਹ ਸੰਸਥਾਵਾਂ ਉਸਰਦੀਆਂ ਨੇ, ਲੀਡਰ ਕਮਜ਼ੋਰ ਵੀ ਹੁੰਦੇ ਨੇ, ਵਕਤ ਪੈਣ ਤੇ ਕਰਪਟ ਹੋ ਜਾਂਦੇ ਨੇ, ਪਰ ਜੇ ਸੰਸਥਾਵਾਂ ਮਜ਼ਬੂਤ ਨੇ
ਫਿਰ ਉਹ ਦੁਬਾਰੇ ਹੋਰ ਲੀਡਰ ਦੇ ਸਕਦੀ ਆ। ਜੇ ਤੁਸੀਂ ਇਸ ਵੇਲੇ ਹੁਣ ਭਾਰਤ ਵਿੱਚ ਨਰਿੰਦਰ ਮੋਦੀ ਦੇ ਉਭਾਰ ਨੂੰ ਦੇਖਦੇ ਹੋ, ਉਹਦੇ ਪਿੱਛੇ ਇੱਕ ਸੰਸਥਾ ਖੜੀ ਆ ਜਿਹਨੂੰ ਆਪਾਂ ਸਾਰੇ ਜਾਣਦੇ ਹੈਗੇ ਆ ਵੀ ਉਸ ਸੰਸਥਾ ਨੇ ਤਾਂ ਉਹਨਾਂ ਦੀ ਕੌਮ ਨੂੰ ਇੱਕ ਲੀਡਰ ਦਿੱਤਾ ਹੈਗਾ। ਕੱਲ ਨੂੰ ਨਰਿੰਦਰ ਮੋਦੀ ਕਰਪਟ ਵੀ ਹੋ ਜੇ, ਆਪਣੇ ਨਿਸ਼ਾਨਿਆਂ ਤੋਂ ਕਮਜ਼ੋਰ ਪੈ ਜੇ, ਪਰ ਜਿਹੜੀ ਪਿੱਛੇ ਸੰਸਥਾ ਖੜੀ ਆ ਉਸ ਨੇ ਨਵਾਂ ਲੀਡਰ ਦੇ ਦੇਣਾ ਹੈਗਾ, ਉਹਨੂੰ ਪਾਸੇ ਕਰ ਦੂਗੀ ਸੰਸਥਾ। ਉਹ ਇਹ ਨਹੀਂ ਹੋਊਗਾ ਵੀ ਉਹ ਲੀਡਰ ਸਾਡੇ ਤੇ ਜੱਫਾ ਮਾਰ ਕੇ ਬੈਠੂਗਾ, ਜਿਵੇਂ ਸਿੱਖਾਂ ਵਿੱਚ ਜਿਹੜੇ ਪੰਜਾਬ ਦੀ ਪੋਲਿਟਿਕਸ ਵਿੱਚ ਲੋਕ ਨੇ ਵੀ ਉਹ ਜੱਫਾ ਮਾਰ ਕੇ ਬੈਠੇ ਨੇ, ਕਿਉਂਕਿ ਸਾਡੇ ਕੋਲ ਇਸ ਕਿਸਮ ਦੇ ਮਜ਼ਬੂਤ ਜਿਹੜੇ ਇੰਸਟੀਟਿਊਸ਼ਨਸ ਆ ਉਹ ਨਹੀਂ ਹੈਗੇ। ਇੱਕ ਤਾਂ ਕਾਊਂਟਰ ਨਰੇਟਿਵ ਨਹੀਂ ਆ ਰਿਹਾ, ਤੇ ਦੂਜਾ ਹੈਗਾ ਵੀ ਜਿਹੜਾ ਵੀ ਇੰਸਟੀਟਿਊਸ਼ਨਸ ਨਹੀਂ ਉਸਰ ਰਹੇ। ਇਹ ਸਾਡੇ ਚੋਂ ਜਿਹੜਾ ਗੈਪ ਹੈ ਉਹ ਲਗਾਤਾਰ ਸਾਡੇ ਲਈ ਜਿਸ ਤਰ੍ਹਾਂ ਵੀ ਇੱਕ ਮੁਕਤੀ ਦਾ ਸਾਧਨ ਨਹੀਂ ਬਣ ਰਿਹਾ, ਜਾਂ ਸਾਡੇ ਚੋਂ ਜਿਹੜੀ ਕ੍ਰੀਏਟਿਵਨੈਸ ਹੈ, ਅਸੀਂ ਸਿਰਫ ਨੈਗੇਟਿਵ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਵੀ ਪ੍ਰੋਟੈਸਟ ਦੇ ਮੋਡ 'ਚ ਰਹਿ ਰਹੇ ਹਾਂ। ਸੋ ਪ੍ਰੋਟੈਸਟ ਦਾ ਮੋਡ ਇੱਕ ਹੱਦ ਤੱਕ ਠੀਕ ਹੁੰਦਾ ਹੈਗਾ, ਪਰ ਉਸ ਤੋਂ ਬਾਅਦ ਸਾਨੂੰ ਨਵਾਂ ਕੁਝ ਕ੍ਰੀਏਟ ਕਰਨਾ ਹੁੰਦਾ। ਜਿਹੜੀ ਕ੍ਰੀਏਸ਼ਨ ਹੈ ਸਾਡੇ ਚੋਂ ਉਹ ਨਹੀਂ ਹੋ ਰਹੇ। ਤੇ ਇਹ ਜਿਹੜੇ ਹਾਲਾਤ ਨੇ ਨਾ, ਅਸੀਂ ਵੈਸੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਹਾਲਾਤ ਜਿਹੜੀਆਂ ਗੁਲਾਮੀ ਦੇ ਅਧੀਨ ਜਾਂ ਕਿਸੇ ਦੇ ਜੈਨੋਸਾਈਡਲ ਹਮਲੇ ਦੇ ਅਧੀਨ ਰਹਿ ਰਹੀਆਂ ਕੌਮਾਂ ਨੇ, ਉਹਨਾਂ ਸਾਰਿਆਂ ਵਿੱਚ ਇਹ ਹਾਲਾਤ ਪਾਏ ਨੇ। ਜਿਨ੍ਹਾਂ ਵੱਡੇ ਵਿਦਵਾਨਾਂ ਨੇ ਇਸ ਮੁਕਤੀ ਦੀਆਂ ਲਹਿਰਾਂ ਦਾ ਐਨਾਲਿਸਿਸ ਕੀਤਾ ਨਾ, ਉਹਨਾਂ ਦੀਆਂ ਜਦੋਂ ਅਸੀਂ ਉਹਨਾਂ ਦੇ ਥੀਸਿਸ ਨੂੰ, ਉਹਨਾਂ ਦੀਆਂ ਕਿਤਾਬਾਂ ਨੂੰ, ਉਹਨਾਂ ਦੇ ਰਿਸਰਚ ਪ੍ਰੋਜੈਕਟ ਦਾ ਐਨਾਲਿਸਿਸ ਕਰਦੇ ਹਾਂ, ਤੇ ਉਹਦੇ ਚੋਂ ਇਹ ਬਿਲਕੁਲ ਸਿੱਖਾਂ ਵਾਲੀ ਸਥਿਤੀ ਜਿਹੜੀ ਆ ਉਹ ਬਿਲਕੁਲ ਇਸ ਤਰ੍ਹਾਂ ਹੀ ਪੇਸ਼ ਹੁੰਦੀ ਹੈਗੀ ਆ। ਯਹੂਦੀਆਂ ਦੀ ਮੁਕਤੀ ਦੇ ਸਭ ਤੋਂ ਵੱਡੇ ਸਿਧਾਂਤਕਾਰ ਨੇ ਡਾਕਟਰ ਲਿਓ ਪਿੰਸਕਰ। 1840 ਜਾਂ 1845 ਦੇ ਕਰੀਬ ਉਹਨਾਂ ਦੀ ਜਿਹੜੀ ਕਿਤਾਬ ਹੈ, ਇੱਕ ਛੋਟੀ ਕਿਤਾਬ ਸੀ, ਮਤਲਬ ਕਿ ਉਹ ਲਗਾਤਾਰ ਕੰਮ ਕਰ ਰਹੇ ਸੀ। ਉਸ ਤੋਂ ਪਹਿਲਾਂ 1840-45 ਦੇ ਕਰੀਬ ਉਹਨਾਂ ਦੀ ਕਿਤਾਬ ਜਰਮਨੀ 'ਚ ਛਪੀ ਸੀ, ਜਰਮਨ ਭਾਸ਼ਾ 'ਚ ਉਹਨਾਂ ਦੀ ਕਿਤਾਬ ਆਈ ਸੀ ਆਟੋ ਐਮਨਿਸਪੇਸ਼ਨ। ਉਹਦਾ ਅੰਗਰੇਜ਼ੀ 'ਚ ਅਨੁਵਾਦ ਆਟੋ ਐਮਨਿਸਪੇਸ਼ਨ ਦੇ ਤੌਰ ਤੇ ਹੋਇਆ। ਤੇ ਉਹਨੇ ਕਿਹਾ ਸੀ ਕਿ ਕੌਮਾਂ ਦੀ ਸਵੈ ਮੁਕਤੀ ਆ ਜਿਹੜੀ, ਜਦੋਂ ਤੱਕ ਤੁਸੀਂ ਆਪਣੇ ਤੌਰ ਤੇ ਮੁਕਤ ਨਹੀਂ ਹੁੰਦੇ, ਤੁਹਾਡੇ ਚੋਂ ਜਿਹੜੀ ਵਿਪਰਨ ਕੀ ਰੀਤ ਆ ਉਹ ਖਤਮ ਨਹੀਂ ਹੁੰਦੀ, ਤੁਹਾਡਾ ਜਿਹੜਾ ਇੰਟਰਨਲ ਇਰੋਜ਼ਨ ਆ, ਤੁਸੀਂ ਸ਼ੁੱਧ ਨਹੀਂ ਹੋ ਜਾਂਦੇ, ਉਦੋਂ ਤੱਕ ਕਹਿੰਦਾ ਵੀ ਕੌਮੀ ਮੁਕਤੀ ਤੇ ਰਾਜਸੀ ਮੁਕਤੀ ਆ ਉਹ ਸੰਭਵ ਨਹੀਂ ਹੁੰਦੀ। ਪ੍ਰੋਫੈਸਰ ਐਂਥਨੀ ਸਮਿਥ ਨੇ ਵੀ ਇਹ ਕਿਹਾ। ਉਹ ਕਹਿੰਦੇ ਵੀ ਦੋ ਤਰ੍ਹਾਂ ਦੀ ਜੰਗ ਹੈਗੀ ਆ, ਇੱਕ ਬਾਹਰੀ ਹਮਲਾ ਹੁੰਦਾ ਕੌਮਾਂ ਦੇ, ਇੱਕ ਅੰਦਰੂਨੀ ਹਮਲਾ ਹੁੰਦਾ। ਜਦੋਂ ਕੌਮਾਂ ਦੇ ਬਾਹਰੀ ਹਮਲਾ ਹੁੰਦਾ ਤਾਂ ਕੌਮਾਂ ਦੇ ਵੀਰ ਜਵਾਨ ਤੇ ਸ਼ਹੀਦ ਆ ਜਿਹੜੇ, ਉਹ ਸਾਹਮਣੇ ਸ਼ਹਾਦਤਾਂ ਦੇ ਕੇ ਤੇ ਆਪਣੀ ਜਾਨ ਦੀ ਆਹੂਤੀ ਦੇ ਕੇ, ਸ਼ਹੀਦੀ ਦੇ ਕੇ ਕੌਮ ਦੀ ਜਿਹੜੀ ਇੱਜ਼ਤ, ਅਣਖ ਔਰ ਗੈਰਤ ਨੂੰ ਬਚਾ ਲੈਂਦੇ ਹੈਗੇ ਆ। ਪਰ ਜਦੋਂ ਕੌਮ ਅੰਦਰੂਨੀ ਖੋਰੇ ਦਾ ਸ਼ਿਕਾਰ ਹੋ ਜਾਂਦੀ ਆ, ਉਹ ਕਹਿੰਦੇ ਵੀ ਜਦੋਂ ਕਿਸੇ ਘੱਟ ਗਿਣਤੀ ਕੌਮ ਨੂੰ ਲੰਬੇ ਸਮੇਂ ਤੱਕ ਇੱਕ ਦੁਸ਼ਮਣ ਨਾਲ ਰਹਿਣਾ ਪੈ ਜਾਵੇ, ਮਜਬੂਰੀ ਬਸ ਦੁਸ਼ਮਣ ਕੌਮ ਨਾਲ, ਤਾਂ ਉਹਦੇ ਵਿੱਚ ਵਿਸ਼ਵਾਸ ਦਾ ਸੰਕਟ ਖੜਾ ਹੋ ਜਾਂਦਾ। ਉਹਦੇ ਆਪਣੇ ਲੋਕਾਂ ਵਿੱਚ ਇਹ ਆਪਣੇ ਪ੍ਰਤੀ ਸਵਾਲ ਤੇ ਸ਼ੰਕੇ ਖੜੇ ਹੋ ਜਾਂਦੇ ਵੀ ਕਿਤੇ ਅਸੀਂ ਗਲਤ ਤਾਂ ਨਹੀਂ ਹੈਗੇ। ਲਗਾਤਾਰ ਉਹਦੇ ਵਿੱਚ ਇਹ ਆਉਂਦੇ, ਜਿਸ ਤਰ੍ਹਾਂ ਸਿੱਖਾਂ ਵਿੱਚ ਵੀ ਇਹ ਆ ਰਿਹਾ ਵੀ ਕਿਤੇ ਅਸੀਂ ਤਾਂ ਨਹੀਂ ਗਲਤ, ਮਤਲਬ ਕਿ ਸਾਡੀਆਂ ਗਲਤੀਆਂ ਕਰਕੇ ਸਾਡੇ ਤੇ ਮਾਰ ਤਾਂ ਨਹੀਂ ਪੈ ਰਹੀ। ਸੋ ਇਹ ਜਿਹੜਾ ਇੰਟਰਨਲ ਇਰੋਜ਼ਨ ਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵਿਪਰਨ ਕੀ ਰੀਤ, ਜਦ ਤੱਕ ਅਸੀਂ ਇਹ ਤੋਂ ਓਵਰਕਮ ਨਹੀਂ ਕਰਦੇ, ਇਸ ਵਿਪਰਨ ਕੀ ਰੀਤ ਨੂੰ ਖਤਮ ਨਹੀਂ ਕਰਦੇ, ਸਾਡੀ ਮਾਨਸਿਕਤਾ 'ਚੋਂ ਵਿਪਰਨ ਕੀ ਰੀਤ ਖਤਮ ਨਹੀਂ ਹੁੰਦੀ, ਉਸ ਵੇਲੇ ਤੱਕ ਆ ਜਿਹੜੇ ਅਗਲੇ ਨਿਸ਼ਾਨੇ ਨੇ ਉਹ ਟ੍ਰਾਂਸਕੈਂਡ ਨਹੀਂ ਕਰ ਸਕੂਗੀ ਕੌਮ। ਸੋ ਆਪਾਂ ਡਾਕਟਰ ਲਿਓ ਪਿੰਸਕਰ ਦੀ ਗੱਲ ਕਰ ਰਹੇ ਸੀਗੇ। ਉਹਨਾਂ ਦੀ ਜਿਹੜੀ ਛੋਟੀ ਕਿਤਾਬ ਆ ਉਹਦੇ ਚੋਂ ਮੈਂ ਕੁਝ ਕੋਟੇਸ਼ਨਾਂ ਲਿਖ ਕੇ ਲਿਆਇਆ ਹੈਗਾ, ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਤੇ ਜਦੋਂ ਮੈਂ ਉਹ ਕਿਤਾਬ ਪੜ੍ਹੀ, ਮੈਨੂੰ ਏਦਾਂ ਲੱਗਿਆ ਵੀ ਜਿੱਦਾਂ 100-150 ਸਾਲ ਪਹਿਲਾਂ ਉਹਨੇ ਸਿੱਖਾਂ ਬਾਰੇ ਲਿਖੀ ਹੁੰਦੀ ਆ, ਵੀ ਬਿਲਕੁਲ ਯਹੂਦੀਆਂ ਦੀ ਬਿਲਕੁਲ ਉਸੇ ਤਰ੍ਹਾਂ ਦੀ ਸਿਚੁਏਸ਼ਨ ਸੀ। ਡਾਕਟਰ ਲਿਓ ਪਿੰਸਕਰ ਲਿਖਦੇ ਆ, ਯਹੂਦੀ ਲੋਕਾਂ ਦੇ ਇੱਕ ਵੱਡੇ ਹਿੱਸੇ ਵਿੱਚੋਂ ਉਹ ਕੌਮੀ ਭਾਵਨਾ ਕਮਜ਼ੋਰ ਪੈ ਗਈ ਹੈ ਜੋ ਸਾਡੇ ਨਿਆਰੇਪਣ ਦਾ ਕੇਂਦਰੀ ਬਿੰਦੂ ਸੀ। ਹੋਰਨਾਂ ਕੌਮਾਂ ਦੇ ਨਾਲ ਰਹਿ ਕੇ ਉਹਨਾਂ ਵਿੱਚੋਂ ਆਪਣੀ ਕੌਮੀ ਸਪਿਰਿਟ ਕਮਜ਼ੋਰ ਹੋ ਰਹੀ ਹੈ। ਯਹੂਦੀ ਉਸ ਕੌਮੀ ਜ਼ਿੰਦਗੀ ਤੋਂ ਵਿਹੂਣੇ ਹੋ ਰਹੇ ਹਨ ਜੋ ਇੱਕ ਸਾਂਝੀ ਭਾਸ਼ਾ, ਸਾਂਝੇ ਸੱਭਿਆਚਾਰ, ਸਾਂਝੀਆਂ ਰਵਾਇਤਾਂ ਅਤੇ ਸਾਂਝੀ ਧਰਤੀ ਦੀ ਛੋਹ ਨਾਲ ਪੈਦਾ ਹੁੰਦੀ ਹੈ। ਯਹੂਦੀਆਂ ਦੀ ਕੋਈ ਪਿਤਰੀ ਧਰਤੀ ਨਹੀਂ ਹੈ। ਬਹੁਤ ਸਾਰੇ ਮੁਲਕਾਂ ਵਿੱਚ ਰਹਿੰਦੇ ਯਹੂਦੀਆਂ ਦੀਆਂ ਆਪੋ ਆਪਣੀਆਂ ਮਾਂ ਧਰਤੀਆਂ ਬਣ ਗਈਆਂ ਹਨ, ਪਰ ਕੋਈ ਪਿਓ ਧਰਤੀ ਨਹੀਂ ਹੈ, ਕੋਈ ਹੋਮਲੈਂਡ ਨਹੀਂ ਹੈ। ਉਹ ਸਭ ਜਗ੍ਹਾ ਖਿੰਡੇ ਹੋਏ ਹਨ ਪਰ ਕਿਤੇ ਵੀ ਨਹੀਂ ਹਨ। ਸਾਰੇ ਪਾਸੇ ਖਿੰਡੇ ਹੋਣ ਦੇ ਬਾਵਜੂਦ ਵੀ ਇਕੱਠ ਦੇ ਤੌਰ ਤੇ ਇੱਕ ਕੌਮੀ ਹੋਮਲੈਂਡ ਨਾ ਹੋਣ ਕਾਰਨ ਉਹ ਖਿੰਡੇ ਹੋਏ ਹਨ। ਕਹਿੰਦਾ ਇਸ ਵਿੱਚ ਵੱਡੀ ਗਿਣਤੀ ਯਹੂਦੀਆਂ ਦੀ ਆਪਣੀ ਹੀ ਹੈ। ਉਹ ਜਿਨ੍ਹਾਂ ਮੁਲਕਾਂ ਵਿੱਚ ਰਹਿੰਦੇ ਹਨ ਉਹਨਾਂ ਦੇ ਹਾਕਮਾਂ ਦੀ ਖੁਸ਼ੀ ਹਾਸਲ ਕਰਨ ਲਈ
ਯਹੂਦੀਆਂ ਨੇ ਆਪਣੀਆਂ ਨਿਆਰੀਆਂ ਰਵਾਇਤਾਂ ਤਿਆਗ ਦਿੱਤੀਆਂ ਹਨ ਅਤੇ ਬਗਾਨੇ ਲੱਛਣ ਖੁਸ਼ੀ ਨਾਲ ਅਪਣਾ ਲਏ ਹਨ। ਬਹੁ ਗਿਣਤੀ ਨਾਲ ਇਕਮਿਕ ਹੋਣ ਦੀ ਦੌੜ ਵਿੱਚ ਯਹੂਦੀਆਂ ਨੇ ਆਪਣੀ ਕੌਮੀ ਪਹਿਚਾਣ ਗਵਾ ਦਿੱਤੀ ਹੈ, ਪਰ ਇਸ ਦੇ ਬਾਵਜੂਦ ਵੀ ਕਿਸੇ ਵੀ ਮੁਲਕ ਵਿੱਚ ਉਹਨਾਂ ਨੂੰ ਪਹਿਲੇ ਦਰਜੇ ਦੇ ਸ਼ਹਿਰੀਆਂ ਵਾਲਾ ਸਤਿਕਾਰ ਨਹੀਂ ਮਿਲਿਆ। ਹਾਲਾਤ ਇੱਥੋਂ ਤੱਕ ਨਿਗਰ ਗਏ ਹਨ ਕਿ ਯਹੂਦੀਆਂ ਦਾ ਇੱਕ ਵੱਡਾ ਹਿੱਸਾ ਆਪਣੀ ਵੱਖਰੀ ਅਤੇ ਨਿਆਰੀ ਪਹਿਚਾਣ ਦੀ ਹੋਂਦ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ। ਸਿਰਫ ਇਨਕਾਰੀ ਨਹੀਂ ਹੋ ਰਿਹਾ, ਬਲਕਿ ਜੇ ਕੋਈ ਭੱਦਰ ਪੁਰਸ਼ ਉਹਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਪ੍ਰੇਰਨਾ ਕਰਦਾ ਹੈ ਤਾਂ ਉਸਦੇ ਵਿਚਾਰਾਂ ਨੂੰ ਥੋਥੇ ਆਖ ਕੇ ਰੱਦ ਕਰ ਦਿੱਤਾ ਜਾਂਦਾ ਹੈ। ਅਸੀਂ ਯਹੂਦੀ ਇੰਨੇ ਥੱਲੇ ਡਿੱਗ ਪਏ ਹਾਂ ਕਿ ਦੁਰਘਟਨਾਵਸ਼ ਜੇ ਸਾਡੇ ਵਿੱਚੋਂ ਕੁਝ ਨੂੰ ਸਾਡੇ ਹਾਕਮ ਕੋਈ ਅਹੁਦੇ ਬਖਸ਼ ਦਿੰਦੇ ਹਨ ਤਾਂ ਅਸੀਂ ਖੁਸ਼ੀ ਵਿੱਚ ਖੀਵੇ ਹੋ ਕੇ ਆਪਣੇ ਕੌਮੀ ਨਿਆਰੇਪਣ ਨੂੰ ਭੁੱਲ ਜਾਂਦੇ ਹਾਂ। ਅਸੀਂ ਇੱਥੋਂ ਤੱਕ ਗਰਕ ਜਾਂਦੇ ਹਾਂ ਕਿ ਆਪਣੇ ਨਿਆਰੇਪਣ ਨੂੰ ਵਿਸਾਰ ਕੇ ਉਸ ਧਰਤੀ ਦੇ 100 ਪੁੱਤ ਬਣ ਜਾਂਦੇ ਹਾਂ ਜਿਸ ਨੇ ਸਾਡੇ ਲੋਕਾਂ ਨੂੰ ਕੁਝ ਅਹੁਦੇ ਬਖਸ਼ੇ ਹਨ। ਅਸੀਂ ਉਹਨਾਂ ਫੌਜੀ ਬੂਟਾਂ ਨੂੰ ਵੀ ਸਤਿਕਾਰ ਦੀ ਨਿਗਾਹ ਨਾਲ ਦੇਖਦੇ ਹਾਂ ਜੋ ਸਾਡੇ ਲੋਕਾਂ ਦੀ ਸੰਗੀ ਨੂੰ ਦਰੜ ਰਹੇ ਹਨ। ਉਹ ਕਹਿੰਦੇ ਯਹੂਦੀ ਸਮੱਸਿਆ ਦੀਆਂ ਪਰਤਾਂ ਕੀ ਹਨ? ਯਹੂਦੀ ਲੋਕਾਂ ਦੇ ਇੱਕ ਵੱਡੇ ਹਿੱਸੇ ਵਿੱਚੋਂ ਉਹ ਕੌਮੀ ਭਾਵਨਾਵਾਂ ਕਮਜ਼ੋਰ ਪੈ ਗਈਆਂ ਹਨ ਜੋ ਨਿਆਰੇਪਣ ਦਾ ਕੇਂਦਰ ਬਿੰਦੂ ਸੀਗਾ। ਤੇ ਇਸ ਹਾਲਤ ਵਿੱਚ ਜਦੋਂ ਕੌਮੀ ਭਾਵਨਾ ਕਮਜ਼ੋਰ ਪੈ ਜਾਏ, ਤੁਹਾਡੇ ਨਿਆਰੇਪਣ ਦੀ ਭਾਵਨਾ ਤੁਹਾਡੇ ਚੋਂ ਮਰ ਜਾਏ, ਤੁਹਾਡਾ ਜਿਹੜਾ ਇੰਟਰਨਲ ਇਰੋਜ਼ਨ ਹੈਗਾ ਉਹ ਲਗਾਤਾਰ ਵੱਧ ਜਾਏ, ਤੇ ਉਸ ਵੇਲੇ ਡਾਕਟਰ ਲਿਓ ਪਿੰਸਕਰ ਕਹਿੰਦੇ ਆ ਕਿ ਹੁਣ ਇਹ ਸਾਡੀ ਵਿਦਵਾਨਾਂ ਦੀ ਤੇ ਕੌਮ ਦੇ ਧਰਮੀ ਪੁਰਸ਼ਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਯਹੂਦੀ ਕੌਮ ਦੀ ਸਾਰੀ ਸ਼ਕਤੀ ਆਪਣੇ ਆਪ ਨੂੰ ਇੱਕ ਨਿਆਰੀ ਅਤੇ ਪਰਮਾਤਮਾ ਦੀ ਵਰੋਸਾਈ ਵਿਲੱਖਣ ਕੌਮ ਵਜੋਂ ਸਥਾਪਿਤ ਕਰਨ ਲਈ ਲਗਾ ਦਈਏ। ਉਹ ਕਹਿੰਦਾ ਵੀ ਇਸ ਕੰਮ ਲਈ ਸੁਪਰ ਹਿਊਮਨ ਐਫਰਟਸ ਦੀ ਲੋੜ ਪਊਗੀ। ਛੋਟੇ ਮੋਟੇ ਕਾਰਜ, ਛੋਟੇ ਮੋਟੇ ਕੰਮ ਆ ਕਹਿੰਦਾ ਵੀ ਯਹੂਦੀ ਕੌਮ ਦੀ ਇਸ ਦਰਦਨਾਕ ਹਾਲਤ ਨੂੰ ਬਦਲ ਨਹੀਂ ਸਕਦੇ। ਇਹਦੇ ਲਈ ਸੁਪਰ ਹਿਊਮਨ ਐਫਰਟਸ ਆ ਜਿਹੜੇ ਉਹ ਕਰਨ ਦੀ ਲੋੜ ਹੈਗੀ ਹੈ। ਸੋ ਇਸ ਸੰਦਰਭ ਵਿੱਚ ਹੁਣ ਜਦੋਂ ਆਪਾਂ ਸਿੱਖ ਕੌਮ ਦੀ ਜਿਹੜੀ ਇੰਟਰਨਲ ਇਰੋਜ਼ਨ ਦਾ ਲਗਾਤਾਰ ਪੈ ਰਿਹਾ ਵੀ ਵਿਪਰਨ ਕੀ ਰੀਤ ਨੇ ਸਾਡੇ ਤੇ ਗਲਬਾ ਪਾ ਲਿਆ, ਸਾਡਾ ਜਿਹੜਾ ਕੌਮੀ ਨਿਆਰਾਪਣ ਹੈ ਉਹ ਸਾਡੇ ਤੋਂ ਖਤਮ ਹੋ ਰਿਹਾ, ਵੀ ਉਹਦੇ ਮੁਕਾਬਲੇ ਤੇ ਹੁਣ ਜਿਹੜੀ ਨੈਸ਼ਨਲਿਸਟਿਕ ਫੋਰਸ ਹੈ ਉਹਨੇ ਕੀ ਕਰਨਾ ਹੈ? ਉਹਦੇ ਚੋਂ ਪ੍ਰੋਫੈਸਰ ਫਰੈਡਰਿਕ ਬਾਰਥ ਨੇ, ਉਹਨਾਂ ਨੇ ਵੀ ਕੌਮਾਂ ਦੀ ਹੋਣੀ ਤੇ ਹੋਂਦ ਬਾਰੇ ਬਹੁਤ ਖੋਜ ਕਾਰਜ ਕੀਤੇ ਨੇ। ਪ੍ਰੋਫੈਸਰ ਫਰੈਡਰਿਕ ਬਾਰਥ ਕਹਿੰਦਾ ਵੀ ਜਦੋਂ ਕੌਮਾਂ ਇਸ ਤਰ੍ਹਾਂ ਦੇ ਸੰਕਟ ਦਾ ਸ਼ਿਕਾਰ ਹੋ ਜਾਂਦੀਆਂ ਤਾਂ ਜਿਹੜੇ ਕੌਮ ਦੇ ਸੂਝਵਾਨ ਹਿੱਸੇ ਆ ਉਹ ਬਾਰਡਰ ਗਾਰਡਸ ਕ੍ਰੀਏਟ ਕਰਦੇ ਆ ਕੌਮ ਨੂੰ ਬਚਾਉਣ ਲਈ। ਜਿਸ ਤਰ੍ਹਾਂ ਉਹ ਕਹਿੰਦਾ ਵੀ ਜਿਸ ਤਰ੍ਹਾਂ ਅਸੀਂ ਟਾਪੂ ਵਿੱਚ ਰਹਿ ਰਹੇ ਹੋਈਏ, ਆਲੇ ਦੁਆਲੇ ਖੰਖਾਰੂ ਸਮੁੰਦਰ ਹੋਵੇ, ਉਸ ਖੰਖਾਰੂ ਸਮੁੰਦਰ ਦੇ ਖਤਰਨਾਕ ਇਰਾਦਿਆਂ ਤੋਂ ਬਚਣ ਲਈ ਜਿਹੜੀਆਂ ਨਿਆਰੀਆਂ ਕੌਮਾਂ ਨੇ ਉਹ ਬਾਰਡਰ ਗਾਰਡਸ ਉਸਾਰਦੀਆਂ ਨੇ। ਬਾਰਡਰ ਗਾਰਡਸ ਕੀ ਨੇ? ਤੁਹਾਡੀ ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਸਾਡੀਆਂ ਰਵਾਇਤਾਂ, ਸਾਡੇ ਪੰਜ ਪਿਆਰੇ, ਸਾਡੇ ਆ ਨਗਰ ਕੀਰਤਨ, ਸਾਡੇ ਜਿਹੜੇ ਧਾਰਮਿਕ ਜੋੜ ਮੇਲੇ ਨੇ, ਇਹ ਸਾਡੇ ਬਾਰਡਰ ਗਾਰਡਸ ਨੇ। ਇਹ ਸਾਡੇ ਵਿੱਚ ਫਿਰ ਉਹ ਕੌਮੀ ਭਾਵਨਾ, ਉਹ ਜਜ਼ਬਾ ਮੁੜ ਤੋਂ ਕ੍ਰੀਏਟ ਕਰਦੇ। ਸਾਡੀਆਂ ਸਿੱਖ ਖੇਡਾਂ ਇਹ ਸਿੰਬਲਸ ਨੇ, ਸਾਡੇ ਗੁਰਧਾਮ, ਸਾਡੀਆਂ ਲੜਾਈਆਂ। ਪ੍ਰੋਫੈਸਰ ਐਂਥਨੀ ਸਮਿਥ ਨੇ ਜਦੋਂ ਉਹ ਕੌਮਾਂ ਦੀ ਹੋਂਦ ਤੇ ਹੋਣੀ ਦਾ ਐਨਾਲਿਸਿਸ ਕਰਦੇ ਆ ਨਾ, ਉਹ ਕਹਿੰਦੇ ਵੀ ਢਾਡੀ ਵਾਰਾਂ ਤੇ ਜਿਸ ਤਰ੍ਹਾਂ ਆਪਾਂ ਢਾਡੀ ਵਾਰਾਂ ਲੈ ਲਿਓ, ਵੈਸੇ ਉਹ ਕਹਿੰਦਾ ਵੀ ਜਿਹੜਾ ਧਾਰਮਿਕ ਫੋਕਲੋਰ ਹੈ, ਆਪਾਂ ਧਾਰਮਿਕ ਫੋਕਲੋਰ ਨੂੰ ਢਾਡੀ ਵਾਰਾਂ ਕਹਿੰਦੇ ਆ, ਵੀ ਢਾਡੀ ਵਾਰਾਂ ਦੀ ਇੰਨੀ ਮਹੱਤਤਾ ਹੁੰਦੀ ਹੈ ਕਿਸੇ ਕੌਮ ਦੀ ਮੁਕਤੀ ਲਈ ਤੇ ਉਹਦੇ ਵਿੱਚ ਮੁੜ ਤੋਂ ਕੌਮੀ ਜਜ਼ਬਾ ਪੈਦਾ ਕਰਨ ਲਈ। ਉਹ ਕਹਿੰਦਾ ਵੀ ਢਾਡੀ ਵਾਰਾਂ ਜੰਗ ਨਾਲੋਂ ਵੀ ਵੱਧ ਮਹੱਤਵਪੂਰਨ ਹੋ ਜਾਂਦੀਆਂ। ਢਾਡੀ ਵਾਰਾਂ 'ਚ ਜੰਗ ਦੇ ਕਿੱਸੇ ਗਾਏ ਜਾਂਦੇ ਆ ਨਾ, ਪਰ ਉਹ ਕਹਿੰਦਾ ਵੀ ਜਦੋਂ 100 ਸਾਲ ਬਾਅਦ ਵੀ ਤੁਸੀਂ ਜੰਗ ਦਾ ਕਿੱਸਾ ਗਾਉਂਦੇ ਹੋ ਤਾਂ 100 ਸਾਲ ਬਾਅਦ ਉਹ ਉਸ ਜੰਗ ਨਾਲੋਂ ਵੀ ਮਹੱਤਵਪੂਰਨ ਹੁੰਦਾ, ਕਿਉਂਕਿ ਉਹ ਕੌਮ ਵਿੱਚ ਉਹ ਜਜ਼ਬਾ ਜਗਾਉਂਦਾ ਜਿਹਦੇ ਵਿੱਚੋਂ ਕੌਮ ਦੇ ਵੀਰ ਜਵਾਨ ਇਹ ਫੈਸਲਾ ਕਰਦੇ ਆ ਵੀ ਅਸੀਂ ਕਿਹੜਾ ਰਾਹ ਲੈਣਾ ਹੈਗਾ। ਸੋ ਇਹ ਜਿਹੜੇ ਬਾਰਡਰ ਗਾਰਡਸ ਨੇ, ਇਹਨਾਂ ਬਾਰਡਰ ਗਾਰਡਸ ਨੂੰ ਕ੍ਰੀਏਟ ਕਰਨ ਦੀ ਲੋੜ ਹੈ ਸਿੱਖ ਕੌਮ ਵਿੱਚ ਇਸ ਵੇਲੇ। ਜਿਹੜਾ ਇਹ ਹੈਗਾ ਵੀ ਬਾਰਡਰ ਗਾਰਡਸ ਨੇ ਉਹ ਕ੍ਰੀਏਟ ਕਰਨੇ, ਤੇ ਇੱਕ ਜਿਹੜਾ ਕਾਊਂਟਰ ਨਰੇਟਿਵ ਆ ਉਹ ਜਦੋਂ ਤੱਕ ਸਾਹਮਣੇ ਨਹੀਂ ਆਉਂਦਾ। ਸੋ ਜਿਹੜੀਆਂ ਪ੍ਰੋਟੈਸਟ ਵਾਲੀਆਂ ਸਿਚੁਏਸ਼ਨਸ ਨੇ ਉਹਨਾਂ ਦੇ ਨਾਲ ਦੀ ਨਾਲ ਅਸੀਂ ਕਾਊਂਟਰ ਨਰੇਟਿਵ ਵੀ ਲੈ ਕੇ ਆਈਏ ਤੇ ਬਾਰਡਰ ਗਾਰਡਸ ਕ੍ਰੀਏਟ ਕਰਕੇ ਮੁੜ ਤੋਂ ਕੌਮ ਦੀ ਕੌਮੀ ਉਸਾਰੀ ਲਈ ਯਤਨ ਕਰੀਏ। ਇੱਥੇ ਹੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ,